नानक हुक्मी लिखिए लेख, जेहा वेखै तेहा वेख। इस भाव ਦੇ ਵਿੱਚ ਉਤਰਨ ਵਾਸਤੇ ਪਹਿਲਾਂ ਹਉਮੈ ਬੂਝੈ, ਹਉਮੈ ਨੂੰ ਸਮਝਣਾ ਪਵੇਗਾ। ਸਮਝਣਾ ਨਹੀਂ ਪਵੇਗਾ, ਬੁੱਝਣਾ ਪਵੇਗਾ। ਹਉ ਮੈਂ ਕੌਣ ਹਾਂ? ਜਦੋਂ ਪਤਾ ਲੱਗ ਗਿਆ ਨਾ, ਤੇ ਉਦੋਂ ਤੁਸੀਂ ਦਰ ਤੇ ਪਹੁੰਚ ਜਾਣਾ ਹੈ। ਤੇ ਇਹਦਾ ਪਤਾ ਦਰ ਤੇ ਹੀ ਜਾ ਕੇ ਲੱਗਦਾ ਹੈ। ਗੁਰੂ ਦਵਾਰੇ ਹੋਏ ਤਾਂ ਸੋਝੀ ਪਾਏ ਸੀ। ਉਸ ਦਰ ਤੇ ਉਹਨੂੰ ਗੁਰੂ ਦਵਾਰਾ ਕਹਿ ਲਓ, ਗੁਰੂ ਦਾ ਦਰਵਾਜ਼ਾ ਕਹਿ ਲਓ, ਜਾਂ ਦਸਮ ਦੁਆਰ ਕਹਿ ਲਓ, ਗੱਲ ਇੱਕੋ ਹੀ ਹੈ। ਤੋ ਉਸ ਦਰਵਾਜ਼ੇ ਤੇ ਬੈਠ ਕੇ ਇਹ ਕਿਹਾ ਗਿਆ ਹੈ, ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ। ਇੱਕ ਪੰਕਤੀ ਦਰਵਾਜ਼ੇ ਤੋਂ ਉਰਵਾਰ ਦੀ ਹੈ। ਉਰਵਾਰ ਨੂੰ ਖਿਆਲ ਵਿੱਚ ਰੱਖ ਕੇ ਕਹੀ ਗਈ ਹੈ, ਤੇ ਦੂਸਰੀ ਪੰਕਤੀ ਦਾ ਇਸ਼ਾਰਾ ਪਾਰ ਵੱਲ ਹੈ, ਦਰਵਾਜ਼ੇ ਤੋਂ ਪਾਰ। ਤੇ ਇਹਨਾਂ ਨੂੰ ਸਮਝਣ ਵਾਸਤੇ, ਜਾਣਨ ਵਾਸਤੇ ਕਹਿ ਲਈਏ, ਬੁੱਝਣ ਵਾਸਤੇ ਕਹਿ ਲਈਏ, ਹਉਮੈ ਬੂਝੈ ਤਾਂ ਦਰ ਸੂਝੈ। ਜਦੋਂ ਤੁਸੀਂ ਹਉ ਮੈਂ ਨੂੰ ਬੁੱਝ ਲਵੋਗੇ ਨਾ, ਤੇ ਤੁਸੀਂ ਦਰ ਤੇ ਪਹੁੰਚ ਜਾਓਗੇ। ਤੇ ਜਦੋਂ ਤੁਸੀਂ ਦਰ ਤੇ ਪਹੁੰਚ ਗਏ ਨਾ, ਫਿਰ ਤੁਹਾਨੂੰ ਸਾਫ਼ ਸਾਫ਼ ਪਤਾ ਲੱਗ ਜਾਵੇਗਾ ਵੀ ਇਹ ਜੋ ਕਿਹਾ ਗਿਆ ਹੈ ਨਾ, ਉਹ ਪ੍ਰਤੱਖ ਦਿਸੇਗਾ। ਇੱਕ ਤੇ ਹੁੰਦੀ ਹੈ ਨਾ ਪੜ੍ਹ ਕੇ ਜਾਣਕਾਰੀ, ਕਿਤਿਓਂ ਹਾਸਲ ਕਰ ਲੈਣੀ, ਉਹ ਤੇ ਹੁੰਦੀ ਹੈ ਬੁੱਧੀ, ਕਿਉਂਕਿ ਬੁੱਧੀ ਹੀ ਜਾਣਕਾਰੀ ਕਰਦੀ ਹੈ। ਇੱਕ ਹੈ ਦੇਖ ਜਾਣਾ ਸਾਫ਼ ਸਾਫ਼, ਉਹਨੂੰ ਕਹਿੰਦੇ ਹਨ ਬੁੱਝਣਾ। ਪਤਾ ਲੱਗ ਗਿਆ। ਫਿਰ ਵੀ ਜੋ ਪਤਾ ਲੱਗਾ ਹੈ, ਜ਼ਰੂਰੀ ਨਹੀਂ ਹੈ ਤੁਸੀਂ ਕਹਿ ਸਕੋ। ਬਹੁਤ ਕੁਛ ਐਸਾ ਹੈ ਜੋ ਤੁਸੀਂ ਨਹੀਂ ਕਹਿ ਸਕਦੇ। ਜਿਵੇਂ ਗਹਿਰੇ ਪ੍ਰੇਮ ਦੇ ਪਲ ਤੁਸੀਂ ਬਿਆਨ ਨਹੀਂ ਕਰ ਸਕਦੇ। ਬਹੁਤ ਸਾਰੀਆਂ ਘਟਨਾ ਨਹੀਂ ਬਿਆਨ ਹੁੰਦੀਆਂ। ਇਵੇਂ ਹੀ ਪਰ ਪਹਿਲਾਂ ਹਉਮੈ ਬੂਝੈ, ਤੇ ਹਉਮੈ ਦਾ ਜ਼ਿਆਦਾ ਸਪਸ਼ਟ ਜੋ ਰੂਪ ਹੈ ਨਾ, ਉਹ ਦੂਸਰੇ ਮਹੱਲੇ ਦੇ ਵਿੱਚ ਹੇਠਲੇ ਸ਼ਬਦ ਦੇ ਵਿੱਚ ਬਿਆਨ ਕੀਤਾ ਹੋਇਆ ਹੈ। ਮੈਨੂੰ ਇਉਂ ਲੱਗਦਾ ਹੈ ਵੀ ਜੋ ਪਹਿਲਾ ਸ਼ਬਦ ਹੈ ਨਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਉਹ ਹਉ ਦੁਆਰਾ ਜੋ ਕੁਛ ਹੁੰਦਾ ਹੈ ਨਾ, ਉਹ ਕਿਹਾ ਗਿਆ ਹੈ ਵੀ ਹਉ ਦੁਆਰਾ ਹੀ ਸਾਰਾ ਕੁਛ ਹੋ ਰਿਹਾ ਹੈ।
ਤੇ ਦੂਸਰੇ ਸ਼ਬਦ ਦੇ ਵਿੱਚ ਹਉ ਦਾ ਸਰੂਪ ਬਿਆਨ ਕੀਤਾ ਗਿਆ ਹੈ। ਤੇ ਹਉ ਪੈਦਾ ਕਿਵੇਂ ਹੁੰਦੀ ਹੈ ਤੇ ਫਿਰ ਇਹਨੂੰ ਮਿਟਾਇਆ ਕਿਵੇਂ ਜਾ ਸਕਦਾ ਹੈ। ਭਾਵੇਂ ਬਹੁਤ ਵੱਡਾ ਰੋਗ ਹੈ ਫਿਰ ਵੀ ਇਹਦਾ ਇਲਾਜ ਹੈਗਾ, ਤੋਂ ਦਵਾਈ ਦੱਸੀ ਗਈ ਹੈ। ਫਿਰ ਖਿਆਲ ਕਰੋ ਥੋੜਾ ਜਿਹਾ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਹੀ ਬੰਧਨਾ, ਫਿਰ ਜੋਨੀ ਪਾਹੇ। ਹਉਮੈ ਕਿਥੋਂ ਉਪਜੈ, ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਹੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣਹੁ ਜਨਹੁ, ਇਤ ਸੰਜਮ ਦੁਖ ਜਾਏ। ਗੁਰ ਕਾ ਸ਼ਬਦ ਕਮਾਹੇ। ਕਿਰਪਾ ਕਰੇ ਜੀ ਆਪ। ਪਰਮਾਤਮਾ ਕਿਰਪਾ ਕਰਦਾ ਹੈ ਜਿਹਦੇ ਤੇ, ਉਹ ਹੀ ਗੁਰੂ ਦਾ ਸ਼ਬਦ ਕਮਾਉਂਦਾ ਹੈ। ਤੇ ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਦਵਾਈ ਹੈ ਦੀ ਸ਼ਬਦ। ਗੁਰ ਕਾ ਸ਼ਬਦ ਕਮਾਹੇ। ਜਿਹੜਾ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਉਹ ਇਸ ਬਿਮਾਰੀ ਤੋਂ ਮੁਕਤ ਹੋ ਜਾਂਦਾ ਹੈ। ਤੇ ਗੁਰੂ ਦੇ ਸ਼ਬਦ ਨੂੰ ਕਮਾਉਣ ਦਾ ਅਰਥ ਕੀ ਹੋਇਆ? ਜ਼ਿਆਦਾਤਰ ਧਾਰਮਿਕ ਲੋਕ ਤੇ ਇਹੋ ਸਮਝਦੇ ਹਨ ਕਿ ਸ਼ਬਦ ਨੂੰ ਰਟਣਾ ਹੈ, ਦੁਹਰਾਉਣਾ ਹੈ, ਪਾਠ ਕਰਨਾ ਹੈ। ਤੇ ਬਹੁਤ ਧਾਰਮਿਕ ਲੋਕ ਕਰ ਵੀ ਰਹੇ ਹਨ, ਜਾਪ ਕਰਦੇ ਹਨ ਲਗਾਤਾਰ ਸ਼ਬਦਾਂ ਦੇ। ਤੇ ਜਾਪ ਕਰਨਾ ਕਮਾਉਣਾ ਹੈ। ਸ਼ਬਦ ਦੀ ਕਮਾਈ ਦਾ ਭਾਵ ਕੋਈ ਸ਼ਬਦ ਦਾ ਜਾਪ ਹੀ ਕਰਨਾ ਨਹੀਂ ਹੈ, ਖਿਆਲ ਵਿੱਚ ਰੱਖੋ। ਸ਼ਬਦ ਦੀ ਕਮਾਈ ਦਾ ਅਰਥ ਹੈ ਜੋ ਸ਼ਬਦ ਦੁਆਰਾ ਕਿਹਾ ਗਿਆ ਹੈ ਉਹਨੂੰ ਕਮਾਉਣਾ ਹੈ। ਸ਼ਬਦ ਤੇ ਸਿਰਫ ਅੱਖਰ ਹਨ, ਅੱਖਰਾਂ ਦੁਆਰਾ ਜੋ ਤੁਹਾਨੂੰ ਕਿਹਾ ਗਿਆ ਹੈ ਉਹ ਕਮਾਉਣਾ, ਸ਼ਬਦ ਨੂੰ ਕਮਾਉਣਾ ਹੁੰਦਾ ਹੈ। ਤੇ ਬਾਹਰੀ ਧਰਮ ਇਸੇ ਕਰਕੇ ਹੀ ਪਤਨ ਹੋ ਗਿਆ ਹੈ, ਕਿਉਂਕਿ ਉਹ ਸ਼ਬਦ ਦੀ ਕਮਾਈ ਕਰ ਰਿਹਾ ਹੈ। ਸ਼ਬਦ ਦੁਆਰਾ ਜੋ ਕਿਹਾ ਗਿਆ ਹੈ ਨਾ ਉਹ ਨਹੀਂ ਕਰ ਰਿਹਾ ਹੈ। ਉੱਦਾਂ ਹੀ ਝੂਠ ਬੋਲਦਾ, ਉੱਦਾਂ ਹੀ ਹੀਰਾ ਫੇਰੀ ਕਰਦਾ, ਉੱਦਾਂ ਹੀ ਨਿੰਦਾ ਚੁਗਲੀ ਕਰੀ ਜਾਂਦਾ ਹੈ, ਨਾਲੇ ਪੜ੍ਹੀ ਵੀ ਜਾਂਦਾ ਹੈ ਨਿੰਦਾ ਭਲੀ ਕਿਸੇ ਕੀ ਨਾ। ਤੇ ਬਾਹਰ ਝੂਠ ਦੇ ਨਾਲ ਜੁੜਿਆ ਹੋਇਆ ਹੈ ਤੇ ਝੂਠ ਦੀ ਵਿਚਾਰ ਕਰੀ ਜਾਂਦਾ ਹੈ, ਤੇ ਉਧਰ ਪੜ੍ਹੀ ਵੀ ਜਾਂਦਾ ਹੈ ਸ਼ਬਦ ਨੂੰ। ਤੇ ਸ਼ਬਦ ਦੀ ਕਮਾਈ ਦਾ ਭਾਵ ਇਹ ਨਹੀਂ ਹੈ ਤੇ ਸ਼ਬਦ ਨੂੰ ਰਟਣਾ ਹੈ, ਦੁਹਰਾਉਣਾ ਹੈ। ਸ਼ਬਦ ਕਮਾਈ ਦਾ ਅਰਥ ਇਹ ਹੈ ਕਿ ਸ਼ਬਦ ਦੁਆਰਾ ਜੋ ਕਿਹਾ ਗਿਆ ਹੈ ਵੈਸਾ ਹੀ, ਫਿਰ ਸ਼ਬਦ ਦੁਆਰਾ ਜੋ ਕਿਹਾ ਗਿਆ ਹੈ ਉਹ ਬਾਹਰੋਂ ਅਗਰ ਤੁਸੀਂ ਸਰੀਰ ਦੁਆਰਾ ਵੀ ਕਰਦੇ ਰਹੋ ਤੇ ਤਾਂ ਵੀ ਸ਼ਬਦ ਦੀ ਕਮਾਈ ਨਾ ਹੋਈ। ਹੁਣ ਸਰੀਰ ਦੁਆਰਾ ਕੋਈ ਮੰਤਰ ਦੇ ਜਾਪ ਕਰੀ ਜਾਵੇ ਤਾਂ ਨਾਮ ਜਪਿਆ ਜਾਊਗਾ, ਜਾਂ ਕੋਈ ਸੇਵਾ ਕਰੀ ਜਾਵੇ, ਪੂਜਾ ਪਾਠ ਕਰੀ ਜਾਵੇ, ਉਹ ਤੇ ਸਰੀਰ ਦੁਆਰਾ ਕਰ ਰਿਹਾ ਹੈ ਨਾ। ਸ਼ਬਦ ਦੀ ਕਮਾਈ ਦਾ ਅਰਥ ਹੁੰਦਾ ਸ਼ਬਦ
ਮਨ ਦਾ ਹੀ ਇੱਕ ਸੂਖਸ਼ਮ ਰੂਪ ਹੈ, ਮਨ ਤੋਂ ਹੀ ਪੈਦਾ ਹੁੰਦਾ ਹੈ। ਤੇ ਸ਼ਬਦ ਦੁਆਰਾ ਮਨ ਨੂੰ ਠਹਿਰਾਉਣਾ, ਤੇ ਠਹਿਰਦਾ ਉਦੋਂ ਹੈ ਜਦੋਂ ਆਪਾਂ ਸ਼ਬਦ ਦੇ ਭਾਵ ਦੇ ਵਿੱਚ ਡੁੱਬ ਜਾਂਦੇ ਹਾਂ। ਜੋ ਕਿਹਾ ਗਿਆ ਹੈ ਉੱਦਾਂ ਹੀ ਸਵੀਕਾਰ ਕਰ ਲੈਂਦੇ ਵੀ ਠੀਕ ਹੈ। ਤੇ ਜਦੋਂ ਆਪਾਂ ਪੂਰਾ ਹੀ ਠੀਕ 100% ਕਹਿ ਦਿੰਦੇ ਹਾਂ ਨਾ ਠੀਕ ਹੈ, ਤੇ ਆਪਾਂ ਉਹਦੇ ਭਾਵ ਦੇ ਵਿੱਚ ਡੁੱਬ ਜਾਂਦੇ ਹਾਂ, ਭਾਵਨਾ ਚ ਲੀਨ ਹੋ ਜਾਂਦੇ। ਸ਼ਬਦ ਦਾ ਅਸਰ ਉਦੋਂ ਹੁੰਦਾ ਹੈ ਜਦੋਂ ਸ਼ਬਦ ਦੇ ਭਾਵ ਦੇ ਵਿੱਚ ਡੁੱਬ ਜੀ। ਇਸੇ ਕਰਕੇ ਮੈਂ ਇਸ ਸ਼ਬਦ ਦੇ ਪੱਖ ਵਿੱਚ ਸਮਝਾਉਣ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਤਿਆਰ ਕਰ ਰਿਹਾ ਹਾਂ ਵੀ ਤੁਸੀਂ ਭਾਵ ਦੇ ਵਿੱਚ ਡੁੱਬ ਸਕੋ। ਤੇ ਹੋ ਸਕਦਾ ਹੈ ਕਿਸੇ ਨੂੰ ਝਲਕ ਮਿਲ ਜਾਵੇ ਜੋ ਬਾਬੇ ਨਾਨਕ ਨੇ ਕਿਹਾ ਹੈ, ਮਿਲ ਵੀ ਸਕਦੀ ਹੈ, ਕਈਆਂ ਨੂੰ ਥੋੜ੍ਹੀ ਥੋੜ੍ਹੀ ਮਿਲ ਵੀ ਰਹੀ ਹੈ। ਇਹ ਜੋ ਕਿਹਾ ਗਿਆ ਹੈ ਨਾ, ਕਿਹਾ ਤੇ ਸ਼ਬਦਾਂ ਦੁਆਰਾ ਹੀ ਗਿਆ ਹੈ, ਪਰ ਸ਼ਬਦ ਸਿਰਫ ਸ਼ਬਦ ਹੀ ਨਹੀਂ ਹਨ, ਭਾਵੇਂ ਦੂਰ ਤੋਂ ਹੀ ਕਹੇ ਜਾ ਰਹੇ ਆ। ਇਹਨਾਂ ਸ਼ਬਦਾਂ ਦੇ ਵਿੱਚ ਜਿਵੇਂ ਕਹਿ ਲਈਏ ਨਾ ਆਪਾਂ, ਤੁਸੀਂ ਟੈਲੀਫੋਨ ਦੇ ਰਾਹੀਂ ਦੂਰ ਤੋਂ ਗੱਲ ਕਰਦੇ ਹੋ, ਸੁਣਦੇ ਹੋ, ਤੇ ਦੂਰ ਤੱਕ ਜਾਂਦੀ ਹੈ ਗੱਲ, ਪਰ ਸਿਰਫ ਗੱਲ ਹੀ ਜਾਂਦੀ ਹੈ, ਜਾਂ ਫੋਟੋ ਚਲੇ ਜਾਵੇਗੀ। ਜਿਹੜਾ ਕਹਿ ਰਿਹਾ ਹੈ ਨਾ, ਉਹਦਾ ਭਾਵ ਨਹੀਂ ਜਾਂਦਾ ਹੈ, ਕਿਉਂਕਿ ਉਹ ਸਮਾਇਆ ਨਹੀਂ ਹੁੰਦਾ ਹੈ ਸ਼ਬਦਾਂ ਦੇ ਵਿੱਚ। ਜਿਹੜਾ ਸ਼ਬਦਾਂ ਦੇ ਵਿੱਚ ਸਮਾਇਆ ਹੁੰਦਾ ਹੈ ਨਾ, ਉਹਦਾ ਭਾਵ ਵੀ ਜਾਂਦਾ ਹੈ ਨਾਲ ਸ਼ਬਦਾਂ ਦੇ, ਬਹੁਤ ਸਮੇਂ ਤੱਕ ਰਹਿੰਦਾ ਹੈ ਉਹ ਭਾਵ ਸੰਸਾਰ 'ਚ। ਤੇ ਪੁਰਾਣੇ ਉਪਦੇਸ਼ ਇਸੇ ਕਰਕੇ ਕੰਮ ਘੱਟ ਕਰਦੇ ਹਨ, ਕਿਉਂਕਿ ਉਹ ਜਿਹੜਾ ਭਾਵ ਹੈ ਨਾ ਉਹ ਬਹੁਤ ਪੁਰਾਣਾ ਹੈ, ਉਹ ਪਕੜ ਵਿੱਚ ਨਹੀਂ ਆਉਂਦਾ ਹੈ, ਬਹੁਤ ਸਮਾਂ ਬੀਤ ਗਿਆ ਹੈ। ਤੋ ਉਸ ਭਾਵ ਦੀ ਹੁਣ ਚੋਟ ਨਹੀਂ ਲੱਗਦੀ। ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਸਾਹਮਣੇ ਕੋਈ ਖੜਾ ਹੋਵੇ ਤੇ ਹਵਾ ਦਾ ਜ਼ੋਰ ਨਾ ਬੁੱਲਾ ਆਵੇ ਤੇ ਝਟਕਾ ਲੱਗਦਾ ਹੈ, ਲਾਗੇ ਹੈ ਕੋਈ ਪੱਖੇ ਤੇ ਬੈਠਾ ਤੇ ਉਹਨੂੰ ਜ਼ਿਆਦਾ ਹਵਾ ਲੱਗਦੀ, ਦੂਰ ਬੈਠਾ ਹੈ ਤੇ ਘੱਟ ਲੱਗਦੀ, ਘੱਟ ਅਸਰ ਹੁੰਦਾ। ਕੋਲੇ ਹੈ ਕੋਈ ਸਮੇਂ ਦੇ ਵਿੱਚ ਮੌਜੂਦ ਹੈ, ਤੇ ਉਹ ਜਿਹੜਾ ਸਮੇਂ ਦੇ ਵਿੱਚ ਮੌਜੂਦ ਹੈ ਨਾ, ਉਹਦੇ ਭਾਵ ਨੂੰ ਤੁਸੀਂ ਜ਼ਿਆਦਾ ਪਕੜ ਪਾਉਂਦੇ ਹੋ, ਕਿਉਂਕਿ ਉਹ ਤੁਹਾਡੇ ਸਾਹਮਣੇ ਹੈ, ਤੁਹਾਡੇ ਸਨਮੁਖ ਹੈ। ਅਗਰ ਤੁਸੀਂ ਗੁਰਮੁਖ ਹੋ ਤਾਂ ਕੋਲੇ ਹੀ ਹੈ। ਫਿਰ ਬਾਹਰੋਂ ਸਰੀਰ ਕਰਕੇ ਬਿਲਕੁਲ ਤੁਹਾਡੇ ਵਰਗਾ ਹੈ। ਇਹ ਵੀ ਫਰਕ ਪੈਂਦਾ ਹੈ, ਕੋਈ ਸਾਡੇ ਵਰਗਾ ਹੋ ਕੇ ਵੀ ਕੁਛ ਐਸਾ ਕਹਿ ਸਕਦਾ ਹੈ, ਉੱਥੋਂ ਦੀ ਖਬਰ ਦੇ ਸਕਦਾ ਹੈ, ਤੇ ਅਸੀਂ ਵੀ ਜਾ ਹੀ ਸਕਦੇ ਹਨ। ਤੇ ਪੁਰਾਣਿਆਂ ਦਾ ਅਸਰ ਇਸੇ ਕਰਕੇ ਘੱਟ ਹੁੰਦਾ ਹੈ ਵੀ ਆਦਮੀ ਸੋਚਦਾ ਵੀ ਹੋ ਸਕਦਾ ਉਦੋਂ ਗਏ ਹੋਣ, ਉਦੋਂ ਪਹੁੰਚੇ ਹੋਣ। ਕਹਿੰਦੇ ਹੀ ਹਨ ਨਾ ਲੋਕ ਵੀ ਹੁਣ ਕਿੱਥੇ, ਹੁਣ ਤੇ ਕਲਯੁਗ। ਤੇ ਸਾਹਮਣੇ